मैं कुछ बोल नहीं पा रही हाँ। मैनू मैनू इस चीज़ का होंदा कि कोई भी इंसान अपनी आवाज़ चकदा है, उन्हों उहदे नाल इस तरह क्यों होंदा है? उन्हें बहुत कुछ देखा, गलत सही असी जज करने वाले कोई नहीं होंदे, पर इस तरह आवाज़ में क्यों दबा दिता जाता है, या इस तरह का अंत नहीं होना चाहिए सीगा। फिर भी वो बहुत वड्डी देन सीगी इस किसान अंदोलन दे विच। असीं इमोशनली जुड़े हुए सी इस चीज़ दे नाल। एक इंसान के तौर पर, एक आर्टिस्ट के तौर पर मैनू बहुत दुख है उस चीज़ का कि वो इंसान अज साडे विच नहीं है। बहुत कुछ हो सकता सीगा, मैनू नहीं पता कि ये पिछे की कारण है, क्यों होया। हो सकता बहुत वड्डा कारण होवे, पर एक बहुत गलत होया और इस बारे जांच होनी चाहिए है। कि पंजाब नूं आस सीगी उन्हां तों। हाँ, हो सकता कई चीज़ों ते नहीं साडे मतभेद होंदे सीगे, नहीं साडी सोच मिलती सीगी, पर वो अपनी अपनी हर एक बंदा अपनी आज़ाद सोच का मालक होंदा। मेरी अपनी सोच है, उन्होंने अपनी सोच है, किसी होर दी तीसरे परसन की अपनी सोच होगी, पर एक इंसान का जाना और इस तरह जाना वो सब लिए दुखदा ही होंदा। और मेरे जिन्ने भी इंडस्ट्री के लोग तुहाडे माध्यम के नाल अगर सुन रहे हैं, तो मैं उन्होंने भी अपील करती हाँ कि सारे आपां इस बारे आवाज़ चकीए, ताकि इस गई जिहड़ी रूह साडे विचों हुण जा चुकी है, उन्होंने इंसाफ मिल सके। पंजाब दे क्रांतिकारी लीडर दीप सिद्धू सड़क हादसे ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ। ਪੂਰੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਹੈ, ਕਿਉਂਕਿ ਜਿਸ ਸ਼ਿੱਦਤ ਦੇ ਨਾਲ ਉਹ ਪੰਜਾਬ ਦੇ ਮੁੱਦੇ ਚੱਕ ਰਹੇ ਸੀਗੇ, ਤਾਂ ਪੰਜਾਬ ਦੇ ਚਿੰਤਕਾਂ ਦੇ ਵਿੱਚ ਵੀ ਇੱਕ ਸੋਗ ਹੈ। ਸਾਡੇ ਨਾਲ ਰੁਪਿੰਦਰ ਹਾਂਡਾ ਜੀ ਨੇ, ਮਸ਼ਹੂਰ ਸਿੰਗਰ ਨੇ। ਰੁਪਿੰਦਰ ਜੀ, ਸਭ ਤੋਂ ਪਹਿਲਾਂ ਜਦੋਂ ਖਬਰ ਤੁਹਾਡੇ ਤੱਕ ਪਹੁੰਚੀ ਤਾਂ ਕੀ ਰਿਐਕਸ਼ਨ ਸੀ? ਪਹਿਲਾਂ ਤਾਂ ਇਹੋ ਜਿਹੀ ਖਬਰਾਂ ਆਪਾਂ ਸੁਣੀ ਦੀਆਂ ਕਿ ਬਹੁਤ ਆਉਂਦੀਆਂ ਜਾਂਦੀਆਂ ਰਹਿੰਦੀਆਂ, ਫੇਕ ਨਿਊਜ਼ ਲੱਗੀ ਪਹਿਲਾਂ ਤਾਂ, ਪਰ ਕੁਛ ਮਿੰਟਾਂ ਦੇ ਵਿੱਚ ਵਾਇਰਲ ਬਹੁਤ ਹੋ ਗਈ ਨਿਊਜ਼। ਅਤੇ ਫਿਰ ਕੁਛ ਚੈਨਲਸ ਜਿਹੜੇ ਜਿਨ੍ਹਾਂ 'ਤੇ ਆਪਾਂ ਯਕੀਨ ਕਰਦੇ ਹਾਂ, ਤੁਹਾਡੇ ਚੈਨਲ 'ਤੇ ਦੇਖਿਆ, ਜਦੋਂ ਤੁਹਾਡੇ 'ਤੇ ਦੇਖਿਆ, ਇੱਕ ਦੋ ਚੈਨਲਸ 'ਤੇ ਹੋਰ ਦੇਖਿਆ, ਅਤੇ ਫਿਰ ਯਕੀਨ ਹੋਇਆ ਕਿ ਇਹ ਸੱਚ ਹੈ ਨਿਊਜ਼। ਅਤੇ ਬਹੁਤ ਸ਼ੌਕਿੰਗ ਨਿਊਜ਼ ਹੈ, ਮਤਲਬ ਅਨਐਕਸਪੈਕਟਿਡ ਇੱਕ ਇੰਨਾ ਯੰਗ ਏਜ, ਇੱਕ ਸੰਘਰਸ਼ਕਾਰੀ ਅਸੀਂ ਕਹਿ ਸਕਦੇ, ਕ੍ਰਾਂਤੀਕਾਰੀ ਸੋਚ, ਉਹਦਾ ਇਸ ਤਰ੍ਹਾਂ ਚਲੇ ਜਾਣਾ, ਇਹ ਬਹੁਤ ਸ਼ੌਕਿੰਗ ਹੈ। ਔਰ ਇਹ ਮੰਨਣ ਦੇ ਵਿੱਚ ਨਹੀਂ ਆਉਂਦਾ। ਅਜੇ ਵੀ ਕਿਤੇ ਖਬਰ ਝੂਠੀ ਲੱਗ ਰਹੀ। ਹੁਣ ਜਦੋਂ ਫੋਟੋਜ਼ ਦੇਖੀਆਂ ਨੇ ਅਤੇ ਉਸ ਵੇਲੇ ਤਾਂ ਹੁਣ ਯਕੀਨ ਸਾਨੂੰ ਕਰਨਾ ਪੈ ਗਿਆ। ਹੁਣ ਕਰਾਂਗੇ ਅਸੀਂ ਉਸ 'ਚ ਯਕੀਨ, ਕਿਉਂਕਿ ਸਭ ਕੁਝ ਸਾਹਮਣੇ ਆ। ਪਰ ਇਹ ਅੰਤ ਨਹੀਂ ਹੋਣਾ ਚਾਹੀਦਾ ਸੀਗਾ। ਉਹ ਕਿਉਂਕਿ ਅਸੀਂ ਇਕੱਠੇ, ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਪਹਿਲਾ ਦਿਨ ਸੀਗਾ, ਅਤੇ ਅਸੀਂ ਮੀਟਿੰਗ ਰੂਮ ਦੇ ਵਿੱਚ ਬੈਠੇ ਸੀਗੇ, ਜਦੋਂ ਸ਼ੰਭੂ ਬਾਰਡਰ ਅਸੀਂ ਇਕੱਠੇ ਹੋਏ ਸੀਗੇ। ਅਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਮੀਟਿੰਗ ਹੋਈ ਸੀਗੀ ਕਿਸਾਨ ਲੀਡਰਾਂ ਦੇ ਨਾਲ, ਕਾਫੀ ਲੰਬੀ ਚੱਲੀ ਸੀ, ਉਹ 6-7 ਘੰਟੇ ਮੀਟਿੰਗ। ਅਸੀਂ ਮੇਰੇ ਬਿਲਕੁਲ ਨਾਲ ਬੈਠੇ, ਹੈ ਨਾ, ਕੁਛ ਗੱਲਾਂ ਅਸੀਂ ਸਾਂਝੀਆਂ ਵੀ ਕੀਤੀਆਂ। ਅਤੇ ਉਹ ਇੱਕ ਸਫ਼ਰ ਜਿਹੜਾ ਕਿਸਾਨ ਅੰਦੋਲਨ ਵਾਲਾ ਸੀਗਾ, ਉਹ ਇਕੱਠਿਆਂ ਨੇ ਅਸੀਂ ਸ਼ੁਰੂ ਕੀਤਾ ਸੀਗਾ। ਔਰ ਐਂਡ ਤੱਕ ਆਉਂਦੇ ਆਉਂਦੇ ਉਹ ਸੋਚ ਦੇ ਨਾਲ ਹੋਰ ਬੜਾ ਯੂਥ ਜੁੜਿਆ, ਬਹੁਤ ਲੋਕ ਉਹਨਾਂ ਦੇ ਨਾਲ ਜੁੜੇ, ਉਹਨਾਂ ਨੇ ਸੰਘਰਸ਼ ਦੇ ਨਾਲ ਬਹੁਤ ਲੋਕਾਂ ਨੂੰ ਜੋੜਿਆ, ਯੂਥ ਨੂੰ ਜੋੜਿਆ। ਸੋ ਉਹ ਸੀ ਉਹਨਾਂ ਦਾ ਦੇਣਾ ਤਾਂ ਅਸੀਂ ਭੁੱਲ ਨਹੀਂ ਸਕਦੇ, ਜੋ ਉਸ ਕਿਸਾਨ ਅੰਦੋਲਨ ਨੂੰ ਜੋ ਦੇਣ ਸੀਗੀ। ਕੁਛ ਚੀਜ਼ਾਂ ਹੋਈਆਂ, ਅਪ ਐਂਡ ਡਾਊਨਸ ਤਾਂ ਆਉਂਦੇ ਹੀ ਨੇ, ਹਰ ਇੱਕ ਸੰਘਰਸ਼ ਦੇ ਵਿੱਚ ਕੁਛ ਨਾ ਕੁਛ ਹੁੰਦਾ ਹੀ ਹੈ, ਉੱਚੀਆਂ ਨੀਵੀਆਂ ਗੱਲਾਂ ਹੁੰਦੀਆਂ। ਉਹ ਅਸੀਂ ਉਹਨਾਂ ਚੀਜ਼ਾਂ ਨੂੰ ਇੱਕ ਪਾਸੇ ਰੱਖਦੇ ਹਾਂ, ਪਰ ਜਿਹੜਾ ਯੂਥ ਨੂੰ ਨਾਲ ਜੋੜਿਆ ਉਸ ਸੰਘਰਸ਼ ਦੇ, ਔਰ ਦੂਸਰੀ ਗੱਲ, ਇੱਕ ਯੂਥ ਦੇ ਵਿੱਚ ਇੱਕ ਨਵਾਂ ਜੋਸ਼ ਅਤੇ ਨਵੀਂ ਸੋਚ ਪੈਦਾ ਕੀਤੀ, ਉਹ ਸੋਚ ਦਾ ਅੱਜ ਇੱਕ ਅੰਤ ਹੋ ਗਿਆ। ਸੋ ਇਹ ਬਹੁਤ ਜ਼ਿਆਦਾ ਵੱਡਾ ਘਾਟਾ ਹੈਗਾ ਸਾਡੀ ਫਿਲਮ ਇੰਡਸਟਰੀ ਨੂੰ ਵੀ ਹੈਗਾ, ਕਿਉਂਕਿ ਉਹ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਸੀਗੇ। ਨਾਲ ਦੀ ਨਾਲ ਇੱਕ ਆਜ਼ਾਦ ਸੋਚ ਸੀਗੀ ਕਿ ਹਰ ਮੁੱਦੇ ਦੇ ਉੱਤੇ ਬੇਬਾਕੀ ਦੇ ਨਾਲ ਬੋਲਣਾ, ਉਹ ਆਵਾਜ਼ ਹੁਣ ਬੰਦ ਹੋ ਗਈ ਹੈ।
ਬਿਲਕੁਲ ਉਹਨਾਂ ਨੂੰ ਚਾਹਣ ਵਾਲੇ ਅੱਜ ਕਾਫੀ ਉਦਾਸ ਨੇ, ਬਹੁਤ ਉਹਨਾਂ ਦੀ ਯਾਦ ਦੇ ਵਿੱਚ ਰੋ ਵੀ ਰਹੇ ਨੇ। ਤੁਸੀਂ ਵੀ ਭਾਵੁਕ ਹੋ, ਤੁਹਾਡੇ ਨਾਲ ਵੀ ਗੱਲਬਾਤ ਕਰੀ। ਤੁਹਾਨੂੰ ਕੀ ਲੱਗਦਾ, ਕਿਉਂਕਿ ਇੱਕ ਸ਼ੱਕ ਇਹ ਵੀ ਜਤਾਇਆ ਜਾ ਰਿਹਾ ਕਿ ਇਹ ਕੋਈ ਆਮ ਘਟਨਾ ਨਹੀਂ, ਪੰਜਾਬ 'ਚ ਚੋਣਾਂ ਨੇ, ਸਾਰੀਆਂ ਚੀਜ਼ਾਂ ਨੇ। ਬੜਾ ਜਿਸ ਟਾਈਮ ਦੇ ਉੱਤੇ ਇਹ ਸਭ ਕੁਝ ਹੋ ਰਿਹਾ ਹੈ, ਤਾਂ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ। ਅਸੀਂ ਮੀਡੀਆ ਦੇ ਵਿੱਚ ਵੀ ਹੁਣ ਸੋਸ਼ਲ ਮੀਡੀਆ ਤੇ ਵੀ ਅੱਜ ਤਕਰੀਬਨ ਹੁਣ 40 ਮਿੰਟ ਹੀ ਹੋਏ ਆ, 1 ਘੰਟਾ ਹੋਇਆ ਹੋਊਗਾ, 40 ਮਿੰਟ ਤੋਂ 1 ਘੰਟੇ ਦੇ ਵਿਚਕਾਰ ਸੋਸ਼ਲ ਮੀਡੀਆ ਦੇ ਉੱਤੇ ਹਲਚਲ ਮਚ ਗਈ ਹੈ ਔਰ ਬਹੁਤ ਸਾਰੇ ਸਵਾਲ ਵੀ ਖੜੇ ਹੋ ਗਏ ਆ। ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਇਸ ਚੀਜ਼ ਦੀ ਗਹਿਰਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਹਮੇਸ਼ਾ ਹੀ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਇੱਕ ਟਰੱਕ ਦੇ ਨਾਲ ਟੱਕਰ ਦੇ ਨਾਲ ਹੀ ਸਭ ਕੁਝ ਖਤਮ ਹੋ ਜਾਂਦਾ ਹੈ। ਇੱਕ ਆਵਾਜ਼ ਨੂੰ ਚਾਹੇ ਅਸੀਂ ਕਹਿ ਲਈਏ ਦਬਾ ਦਿੱਤਾ ਜਾਂਦਾ ਹੈ ਜਾਂ ਦਬ ਜਾਂਦੀ ਹੈ। ਅਸੀਂ ਕੁਝ ਵੀ ਵਰਡ ਯੂਜ਼ ਕਰ ਸਕਦੇ ਹਾਂ, ਪਰ ਅੰਤ ਤੇ ਹੋਇਆ ਹੀ ਹੈ। ਉਹ ਆਵਾਜ਼ ਅੱਜ ਹੁਣ ਉਹ ਬੁਲੰਦ ਨਹੀਂ ਹੋਊਗੀ ਕਦੇ ਵੀ, ਉਹ ਆਵਾਜ਼ ਬੰਦ ਹੋ ਗਈ ਹੈ, ਉਹ ਚੁੱਪ ਹੋ ਗਿਆ। ਸੋ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਅਸੀਂ ਸਭ ਇਹੀ ਅਪੀਲ ਕਰਦੇ ਹਾਂ। ਮੇਰੇ ਕੋਲ ਵਰਡਸ ਹੀ ਨਹੀਂ ਹੈ, ਮਤਲਬ ਇਹ ਕਦੇ ਸੋਚਿਆ ਨਹੀਂ ਸੀ ਇਸ ਤਰ੍ਹਾਂ ਦੀ ਅਪੀਲ ਵੀ ਅਸੀਂ ਕਰਾਂਗੇ ਕਦੇ। ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਯਾਦ ਆ ਰਹੀਆਂ? ਮੈਂ ਕੁਝ ਬੋਲ ਨਹੀਂ ਪਾ ਰਹੀ ਹਾਂ। ਮੈਨੂੰ ਇਸ ਚੀਜ਼ ਦਾ ਹੁੰਦਾ ਕਿ ਕੋਈ ਵੀ ਇਨਸਾਨ ਆਪਣੀ ਆਵਾਜ਼ ਚੱਕਦਾ ਹੈ, ਉਹਦੇ ਨਾਲ ਇਸ ਤਰ੍ਹਾਂ ਕਿਉਂ ਹੁੰਦਾ? ਉਹਨੇ ਬਹੁਤ ਕੁਝ ਦੇਖਿਆ। ਗਲਤ ਸਹੀ ਅਸੀਂ ਜੱਜ ਕਰਨ ਵਾਲੇ ਕੋਈ ਨਹੀਂ ਹੁੰਦੇ, ਪਰ ਇਸ ਤਰ੍ਹਾਂ ਆਵਾਜ਼ ਨੂੰ ਕਿਉਂ ਦਬਾ ਦਿੱਤਾ ਜਾਂਦਾ ਹੈ? ਜਾਂ ਇਸ ਤਰ੍ਹਾਂ ਦਾ ਅੰਤ ਨਹੀਂ ਹੋਣਾ ਚਾਹੀਦਾ ਸੀਗਾ। ਫਿਰ ਵੀ ਉਹਦੀ ਬਹੁਤ ਵੱਡੀ ਦੇਣ ਸੀਗੀ ਇਸ ਕਿਸਾਨ ਅੰਦੋਲਨ ਦੇ ਵਿੱਚ। ਅਸੀਂ ਇਮੋਸ਼ਨਲੀ ਜੁੜੇ ਹੋਏ ਸੀ ਇਸ ਚੀਜ਼ ਦੇ ਨਾਲ, ਇੱਕ ਇਨਸਾਨ ਦੇ ਤੌਰ 'ਤੇ, ਇੱਕ ਆਰਟਿਸਟ ਦੇ ਤੌਰ 'ਤੇ। ਮੈਨੂੰ ਬਹੁਤ ਦੁੱਖ ਹੈ ਉਸ ਚੀਜ਼ ਦਾ ਕਿ ਉਹ ਇਨਸਾਨ ਅੱਜ ਸਾਡੇ ਵਿੱਚ ਨਹੀਂ ਆ। ਬਹੁਤ ਕੁਝ ਹੋ ਸਕਦਾ ਸੀਗਾ, ਮੈਨੂੰ ਨਹੀਂ ਪਤਾ ਕਿ ਇਹਦੇ ਪਿੱਛੇ ਕੀ ਕਾਰਨ ਹੈ, ਕਿਉਂ ਹੋਇਆ। ਹੋ ਸਕਦਾ ਬਹੁਤ ਵੱਡਾ ਕਾਰਨ ਹੋਵੇ, ਪਰ ਇਹ ਬਹੁਤ ਗਲਤ ਹੋਇਆ ਔਰ ਇਹਦੇ ਬਾਰੇ ਜਾਂਚ ਹੋਣੀ ਚਾਹੀਦੀ ਹੈ। ਮੈਂ ਇਮੋਸ਼ਨਲ ਇਸ ਕਰਕੇ ਹਾਂ ਕਿਉਂਕਿ ਉਹ ਇੱਕ ਸਫ਼ਰ ਅਸੀਂ ਇਕੱਠਿਆਂ ਨੇ ਸ਼ੁਰੂ ਕੀਤਾ ਸੀਗਾ। ਬਹੁਤ ਚੀਜ਼ਾਂ ਸੀਗੀਆਂ ਜਿਹੜੀਆਂ ਉੱਥੇ ਅਸੀਂ ਡਿਸਕਸ ਕੀਤੀਆਂ। ਕਹਿੰਦੇ ਕਿ ਪੰਜਾਬ ਨੂੰ ਬੜੀ ਆਸ ਸੀਗੀ ਉਹਨਾਂ ਤੋਂ। ਹਾਂ, ਹੋ ਸਕਦਾ ਕਈ ਚੀਜ਼ਾਂ ਤੇ ਨਹੀਂ ਸਾਡੇ ਮਤਭੇਦ ਹੁੰਦੇ ਸੀਗੇ, ਨਹੀਂ ਸਾਡੀ ਸੋਚ ਮਿਲਦੀ ਸੀਗੀ, ਪਰ ਉਹ ਆਪਣੀ ਹਰ ਇੱਕ ਬੰਦਾ ਆਪਣੀ ਆਜ਼ਾਦ ਸੋਚ ਦਾ ਮਾਲਕ ਹੁੰਦਾ। ਮੇਰੀ ਆਪਣੀ ਸੋਚ ਹੈ, ਉਹਨਾਂ ਦੀ ਆਪਣੀ ਸੋਚ ਹੈ, ਕਿਸੇ ਹੋਰ ਦੀ, ਤੀਸਰੇ ਪਰਸਨ ਦੀ ਆਪਣੀ ਸੋਚ ਹੋਊਗੀ, ਪਰ ਇੱਕ ਇਨਸਾਨ ਦਾ ਜਾਣਾ ਔਰ ਇਸ ਤਰ੍ਹਾਂ ਜਾਣਾ ਉਹ ਸਭ ਲਈ ਦੁੱਖਦਾਈ ਹੁੰਦਾ। ਇਸ ਚੀਜ਼ ਦੇ ਨਾਲ ਅਸੀਂ ਸਾਰੇ ਜੁੜੇ ਹੋਏ ਹਾਂ ਔਰ ਉਸ ਪਰਿਵਾਰ ਦੇ ਨਾਲ ਸਾਡਾ ਦੁੱਖ ਸਾਂਝਾ ਹੈਗਾ। ਅਸੀਂ ਚਾਹੁੰਦੇ ਹਾਂ ਕਿ ਉਸ ਪਰਿਵਾਰ ਨੂੰ ਇਨਸਾਫ ਮਿਲੇ ਅਤੇ ਉਸ ਜਿਹੜੀ ਰੂਹ ਅੱਜ ਸਾਡੇ ਵਿੱਚ ਨਹੀਂ, ਉਹਨੂੰ ਵੀ ਇਨਸਾਫ ਮਿਲੇ। ਇਹਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੂੰ ਚਾਹੁਣ ਵਾਲੇ ਲਗਾਤਾਰ ਲਿਖ ਰਹੇ, ਕਹਿੰਦੇ ਕਿ ਬੇਸ਼ੱਕ ਦੀਪ ਸਿੱਧੂ ਨਹੀਂ ਰਹੇ, ਪਰ ਅਸੀਂ ਉਹਨਾਂ ਦੀ ਆਵਾਜ਼ ਜਾਂ ਉਹਨਾਂ ਦੀ ਸੋਚ 'ਤੇ ਲਗਾਤਾਰ ਪਹਿਰਾ ਦਿੰਦੇ ਰਹੇ। ਬਿਲਕੁਲ। ਜੋ ਇੱਕ ਮੈਂ ਨਾ ਜਦੋਂ ਵੀ ਦੀਪ ਸਿੱਧੂ ਬਾਰੇ ਗੱਲ ਹੁੰਦੀ ਸੀਗੀ, ਅਸੀਂ ਅੰਦੋਲਨ ਦੇ ਵਿੱਚ ਵੀ ਜਿੱਦਾਂ ਅਸੀਂ ਠੀਕ ਹੈ, ਅਸੀਂ ਇੱਕ ਸਟੇਜ ਅਸੀਂ ਸਾਂਝਾ ਨਹੀਂ ਕਦੇ ਕੀਤਾ ਸੀਗਾ। ਮੈਂ ਹਮੇਸ਼ਾ ਮੈਂ ਆਪਣੇ ਅਲੱਗ ਕਦਮਾਂ 'ਤੇ ਚੱਲੀ ਹੋਈ ਸੀਗੀ, ਆਪਣਾ ਇੱਕ ਅਲੱਗ ਰਾਹ ਸੀਗਾ। ਸੰਘਰਸ਼ ਆਪਣੇ ਹਿਸਾਬ ਨਾਲ ਅਸੀਂ ਕਰ ਰਹੇ ਸੀ, ਉਹ ਆਪਣੇ ਹਿਸਾਬ ਨਾਲ ਕਰ ਰਹੇ ਸੀਗੇ, ਪਰ ਉਹਦੀ ਸੋਚ ਇੱਕ ਅਲੱਗ ਨਾ ਉਹਦੇ ਵਿੱਚ ਸੀਗਾ ਕਿ ਹਰ ਇੱਕ ਬੰਦੇ ਨੂੰ ਆਪਣੇ ਨਾਲ ਜੋੜ ਲੈਂਦਾ ਸੀਗਾ ਔਰ ਇੱਕ ਅਲੱਗ ਤਰ੍ਹਾਂ ਦੀ ਕ੍ਰਾਂਤੀ, ਇੱਕ ਚਾਹੇ ਉਹ ਧਾਰਮਿਕ ਸੋਚ ਦੇ ਉੱਤੇ ਹੋਵੇ, ਚਾਹੇ ਉਹ ਰਾਜਨੀਤਿਕ ਮੁੱਦਿਆਂ ਦੇ ਉੱਤੇ ਗੱਲ ਹੋਏ, ਹਮੇਸ਼ਾ ਉਹਨੇ ਬੇਬਾਕੀ ਦੇ ਨਾਲ ਗੱਲ ਕੀਤੀ, ਆਵਾਜ਼ ਚੱਕੀ ਹੈ। ਬਹੁਤ ਸਾਰੇ ਤੁਸੀਂ ਕੇਸਿਸ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਅਤੇ ਉਹਦੇ 'ਤੇ ਬਹੁਤ ਸਾਰੇ ਦੋਸ਼ ਵੀ ਲੱਗੇ ਸੀਗੇ। ਉਹ ਦੋਸ਼ਾਂ ਨੂੰ ਉਹਨੇ ਆ ਕੇ ਡਿਫੈਂਡ ਵੀ ਕੀਤਾ, ਆਪਣੇ ਆਪ ਨੂੰ ਡਿਫੈਂਡ ਕੀਤਾ ਕਿ ਹਾਂ ਜਿੱਥੇ ਮੈਂ ਗਲਤ ਸੀ ਜਾਂ ਆਪਣੀ ਸਫਾਈ ਵੀ ਪੇਸ਼ ਕੀਤੀ। ਤਾਂ ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਨੇ ਕਦੇ ਵੀ ਪਿੱਠ ਨਹੀਂ ਦਿਖਾਈ ਜਾਂ ਉਹ ਭੱਜਿਆ ਨਹੀਂ ਸੀਗਾ। ਸੋ ਹਮੇਸ਼ਾ ਉਹਨੂੰ ਹਮੇਸ਼ਾ ਯਾਦ ਕੀਤਾ ਜਾਏਗਾ। ਉਹਦੇ ਜੋ ਵੀ ਉਹਦਾ ਯੋਗਦਾਨ ਇਸ ਕਿਸਾਨ ਅੰਦੋਲਨ ਦੇ ਵਿੱਚ ਸੀਗਾ, ਜਿੱਥੇ ਵੀ ਉਹਨੇ ਹਰ ਮੁੱਦਿਆਂ ਦੇ ਉੱਤੇ ਆਵਾਜ਼ ਚੱਕੀ ਸੀ, ਉਹਦੇ ਲਈ ਉਹਨੂੰ ਹਮੇਸ਼ਾ ਯਾਦ ਕੀਤਾ ਜਾਏਗਾ। ਔਰ ਮੇਰਾ ਉਸ ਪਰਿਵਾਰ ਦੇ ਨਾਲ ਮੈਂ ਆਪਣਾ ਸ਼ੋਕ ਜ਼ਾਹਰ ਕਰਦੀ ਹਾਂ। ਮੇਰੀ ਪ੍ਰਮਾਤਮਾ ਉਹਨਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ,
ਤੇ ਔਰ ਮੇਰੇ ਜਿੰਨੇ ਵੀ ਇੰਡਸਟਰੀ ਦੇ ਲੋਕ ਤੁਹਾਡੇ ਮਾਧਿਅਮ ਦੇ ਨਾਲ ਅਗਰ ਸੁਣ ਰਹੇ ਨੇ ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਸਾਰੇ ਆਪਾਂ ਇਹਦੇ ਬਾਰੇ ਆਵਾਜ਼ ਚੱਕੀਏ ਤਾਂ ਕਿ ਇਸ ਗਈ ਜਿਹੜੀ ਰੂਹ ਸਾਡੇ ਵਿੱਚੋਂ ਹੁਣ ਜਾ ਚੁੱਕੀ ਆ ਉਹਨੂੰ ਇਨਸਾਫ ਮਿਲ ਸਕੇ। ਜੀ ਰੁਪਿੰਦਰ, ਸੋ ਪੂਰਾ ਪੰਜਾਬ ਸੋਗ ਦੇ ਵਿੱਚ ਹੈ। ਰੁਪਿੰਦਰ ਹਾਂਡਾ ਜੀ ਨਾਲ ਗੱਲਬਾਤ ਕਰ ਰਹੇ ਸੀ, ਕਹਿੰਦੇ ਕਿ ਇਸ ਪੂਰੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਦੀਪ ਸਿੱਧੂ ਬੇਸ਼ੱਕ ਸਾਡੇ ਵਿੱਚ ਨਹੀਂ ਰਹੇ, ਉਹਨਾਂ ਨੂੰ ਇਨਸਾਫ ਦਿਵਾਇਆ ਜਾ ਸਕੇ। ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।